ਰੋਮ ਦਾ ਫਿਲਾਸਫਰ। ਸੈਨੇਕਾ ਪੁਰਾਤਨ ਰੋਮ ਦਾ ਇੱਕ ਪ੍ਰਸਿੱਧ ਫਿਲਾਸਫਰ ਸੀ। ਉਹਦੇ ਵਿਚਾਰ ਅਖਾਣ ਬਣ ਗਏ ਹਨ, ਜਿਵੇਂ ਜਿਹੜੇ ਆਪਣੇ ਖਾਨਦਾਨ ਦੀਆਂ ਫੜ੍ਹਾਂ ਮਾਰਦੇ ਹਨ ਉਹ ਹੋਰਾਂ ਦੀ ਰੋਸ਼ਨੀ ਨਾਲ ਆਪ ਚਮਕਣਾ ਚਾਹੁੰਦੇ ਹਨ। ਦੋਸਤੀ ਹਮੇਸ਼ਾ ਲਾਭਕਾਰੀ ਹੁੰਦੀ ਹੈ, ਪਿਆਰ ਅਕਸਰ ਦੁਖੀ ਕਰਦਾ ਹੈ। ਸੈਨੇਕਾ ਭਾਸ਼ਣ ਕਲਾ ਦਾ ਮਾਹਿਰ ਸੀ। ਉਹ ਬਾਦਸ਼ਾਹ ਨੂੰ ਭਾਸ਼ਣ ਕਲਾ ਸਿਖਾਉਂਦਾ ਸੀ ਅਤੇ ਉਹਦੇ ਭਾਸ਼ਣ ਲਿਖਦਾ ਸੀ। ਉਸ ਨੂੰ ਨੀਰੋ ਤੋਂ ਪਹਿਲੇ ਬਾਦਸ਼ਾਹ ਦੀ ਵਿਆਹੀ ਭਾਣਜੀ ਨਾਲ ਸੰਬੰਧ ਬਣਾਉਣ ਕਰਕੇ ਦੇਸ਼ ਨਿਕਾਲਾ ਦਿੱਤਾ ਗਿਆ ਸੀ ਅਤੇ ਉਹ 8 ਸਾਲ ਜਲਾਵਤਨ ਰਿਹਾ। ਉਹ ਕਈ ਸਾਲ ਬਾਦਸ਼ਾਹ ਦਾ ਸਲਾਹਕਾਰ ਰਿਹਾ ਅਤੇ ਤਖਤਾ ਉਲਟਾਊ ਸਾਜ਼ਿਸ਼ ਵਿੱਚ ਫੜਿਆ ਗਿਆ। ਜਿਸ ਨੀਰੋ ਬਾਦਸ਼ਾਹ ਨੂੰ ਉਸਨੇ ਪੜ੍ਹਾਇਆ ਸੀ, ਉਹਨੇ ਸਜ਼ਾ ਵਜੋਂ ਕਿਹਾ, ਮੇਰੇ ਸਾਹਮਣੇ ਆਤਮਘਾਤ ਕਰੋ। ਉਸਨੇ ਆਪਣੀ ਪਤਨੀ ਨੂੰ ਕਿਹਾ, ਮੈਨੂੰ ਮਰਨ ਨਾ ਦੇਈ। ਉਹ ਸੈਨਿਕਾਂ ਨੂੰ ਬਚਾ ਤਾਂ ਨਾ ਸਕੀ, ਪਰ ਉਹਦੇ ਪਤੀ ਨਾਲ ਹੀ ਮਰਨ ਦਾ ਫੈਸਲਾ ਕੀਤਾ। ਸੈਨਿਕਾਂ ਨੇ ਪਹਿਲਾਂ ਹੀ ਖਾਣਾ ਪੀਣਾ ਤਿਆਗ ਦਿੱਤਾ ਸੀ। ਉਹ ਸੁੱਕ ਗਿਆ ਸੀ। ਖੰਜਰ ਮਾਰਨ ਨਾਲ ਖੂਨ ਹੀ ਨਾ ਨਿਕਲਿਆ। ਉਹਨੇ ਪਤਨੀ ਨੂੰ ਦੂਜੇ ਕਮਰੇ 'ਚ ਭੇਜ ਦਿੱਤਾ ਅਤੇ ਡਾਕਟਰ ਨੂੰ ਕਿਹਾ, ਮੈਨੂੰ ਜ਼ਹਿਰ ਦੇ ਕੇ ਮੌਤ ਦੀ ਨੀਂਦ ਸੁਆ ਦਿਓ। ਜ਼ਹਿਰ ਦਾ ਵੀ ਕੋਈ ਅਸਰ ਨਾ ਹੋਇਆ। ਉਸ ਨੂੰ ਭਾਫ਼ ਵਾਲੇ ਗੁਸਲਖਾਨੇ ਵਿੱਚ ਲਿਜਾਇਆ ਗਿਆ, ਜਿੱਥੇ ਉਹ ਸਾਹ ਘੁੱਟਣ ਨਾਲ ਮਰ ਗਿਆ। ਪਤਨੀ ਆਪਣੇ ਵਾਅਦੇ ਦੀ ਵਫ਼ਾਦਾਰ ਨਿਕਲੀ, ਕਿਉਂਕਿ ਉਹਦੀ ਪਤਨੀ ਦਾ ਸੁੱਕਿਆ ਪੀਲਾ ਸਰੀਰ ਭਾਵੇਂ ਜਿਉਂਦਾ ਸੀ, ਪਰ ਆਤਮਾ ਮਰ ਚੁੱਕੀ ਸੀ। ਧੰਨਵਾਦ। ਭਾਰਤ ਦੀ ਯਾਤਰਾ ਤੋਂ ਮੁੜੇ ਪਾਕਿਸਤਾਨੀ ਪੁਰਸ਼ ਦੀ ਚਿੱਠੀ। ਮੈਂ 79 ਸਾਲਾਂ ਦਾ ਹਾਂ। ਮੈਂ ਆਪਣੇ ਛੋਟੇ ਭਰਾ ਸਮੇਤ ਜਗਰਾਓਂ ਨੇੜੇ ਪਿੰਡ ਅਖਾੜਾ ਵਿੱਚ 2014 ਵਿੱਚ ਅਪ੍ਰੈਲ ਦਾ ਪੂਰਾ ਮਹੀਨਾ ਰਹਿ ਕੇ ਮੁੜਿਆ ਹਾਂ। ਇਹ ਮੇਰੇ ਵਾਸਤੇ ਫਖਰ ਦੀ ਗੱਲ ਹੈ ਕਿ ਇੱਥੇ ਮੈਂ ਆਪਣੀ ਸਰਜ਼ਮੀਨ, ਆਪਣੀਆਂ ਜੜ੍ਹਾਂ, ਪੁਰਾਣੀ ਤਹਿਜ਼ੀਬ, ਤਮਾਮ ਖਲਕਤ ਨੂੰ ਸਿਜਦਾ ਕਰਕੇ ਮੁੜਿਆ ਹਾਂ। ਮੇਰੇ ਵਾਸਤੇ ਮੁਕੱਦਸ ਦਿਨ ਸਨ। 47 'ਚ ਮੈਂ 12 ਸਾਲਾਂ ਦਾ ਸੀ। ਜਦੋਂ 47 ਵਿੱਚ ਅਫਰਾ ਤਫਰੀ ਮਚੀ ਤਾਂ ਪਿੰਡ ਦੇ ਮੋਤਬਰ ਬੰਦਿਆਂ ਨੇ ਸਾਡੇ ਭਰੇ ਭਕੁੰਨੇ ਪਰਿਵਾਰ ਨੂੰ ਹਿਫਾਜ਼ਤ ਅਤੇ ਬਾਆਬਰੂ ਰਾਏਕੋਟ ਦੇ ਕੈਂਪ ਵਿੱਚ ਰਾਤ ਨੂੰ ਪਹੁੰਚਾਇਆ। ਮੇਰੇ ਅੱਬਾ ਅਤੇ ਅੰਮੀ ਅਤੇ ਵੱਡੀਆਂ ਭੈਣਾਂ ਤਾਉਮਰ ਪਿੰਡ ਨੂੰ ਅਸੀਸਾਂ ਦਿੰਦੀਆਂ ਰਹੀਆਂ। ਤੁਸੀਂ ਸੱਚ ਜਾਣਿਓ, ਮੈਨੂੰ ਹੁਣ ਤੱਕ ਸੁਪਨੇ ਪਿੰਡ ਅਖਾੜੇ ਦੇ ਹੀ ਆਉਂਦੇ ਹਨ। ਹੁਣ ਮੇਰੇ ਸੁਪਨੇ ਰਲਗੱਡ ਹੋ ਜਾਣਗੇ। ਜਿਨ੍ਹਾਂ ਬੀਹੀਆਂ, ਘਰਾਂ, ਖੂਹਾਂ, ਛੱਪੜਾਂ, ਰੋੜਾਂ, ਰੋਹੀਆਂ ਆਦਿ ਦੇ ਸੁਪਨੇ ਆਉਂਦੇ ਰਹੇ, ਹੁਣ ਉਹ ਪਿੰਡ ਵਿੱਚ ਨਹੀਂ ਹਨ। ਹਾਂ, ਇੱਕ ਗੱਲ ਹੈ, ਇਸ ਬੇਬਾਕ ਗੱਲ ਲਈ ਗੁਸਤਾਖੀ ਮਾਫ਼। ਅੱਜ ਕੱਲ੍ਹ ਇੱਥੋਂ ਦੀਆਂ ਤੀਵੀਆਂ ਜਨਾਨੀਆਂ ਪਹਿਲੇ ਦੇ ਮੁਕਾਬਲੇ ਕਿਤੇ ਵੱਧ ਬੋਲਦੀਆਂ ਹਨ। ਇਉਂ ਲੱਗਦੀਆਂ ਹਨ ਜਿਵੇਂ ਬਿਨਾਂ ਟੋਪੀ ਦੇ ਥਾਣੇਦਾਰਨੀਆਂ ਹੋਣ। ਪਰਦਾ, ਘੱਗਰਾ ਅਤੇ ਘੁੰਡ ਤਾਂ ਪਤਾ ਨਹੀਂ ਕਿੱਥੇ ਗਿਆ। ਇਹ ਤਾਂ ਆਪਣੇ ਸ਼ੌਹਰ ਨੂੰ ਵੀ ਅੱਧੇ ਪਚੱਧੇ ਨਾਂ ਨਾਲ ਹੀ ਬੁਲਾਉਂਦੀਆਂ ਹਨ। ਉਂਝ ਹੈਨ ਪਹਿਲਾਂ ਨਾਲੋਂ ਬਹੁਤ ਪੜ੍ਹੀਆਂ ਲਿਖੀਆਂ। ਖੈਰ, ਅਬਦੁਲ ਗਫੂਰ, ਬਕੱਲਮ ਖੁਦ, ਖੁਦਾ ਹਾਫਿਜ਼। ਧੰਨਵਾਦ। ਬਦਲਾਅ। ਉਦਯੋਗਿਕ ਕ੍ਰਾਂਤੀ ਨਾਲ ਵਾਪਰੀ ਸਭ ਤੋਂ ਵੱਡੀ ਤਬਦੀਲੀ ਜੀਵਨ ਦਾ ਸ਼ਹਿਰੀਕਰਨ ਸੀ। ਇਸ ਨਾਲ ਸਮਾਜਿਕ, ਆਰਥਿਕ, ਰਾਜਨੀਤਿਕ ਰਿਸ਼ਤੇ ਬਦਲੇ। ਜੀਵਨ ਵਿੱਚ ਸਥਿਰਤਾ ਦੀ ਥਾਂ ਗਤੀਸ਼ੀਲਤਾ ਨੇ ਲੈ ਲਈ। ਸੜਕਾਂ, ਪੁਲਾਂ ਨਾਲ ਹਰੇਕ ਦਾ ਅਨੁਭਵ ਖੇਤਰ ਵਿਸ਼ਾਲ ਹੋ ਗਿਆ। ਸ਼ਹਿਰ ਉਸਰੇ, ਸਕੂਲ ਕਾਲਜ ਖੁੱਲ੍ਹੇ, ਨਵੇਂ ਧੰਦੇ ਉਪਜੇ। ਸਿੱਖਿਆ ਦੇ ਪ੍ਰਸਾਰ ਨਾਲ ਪ੍ਰਜਾਤੰਤਰ ਉਪਜਿਆ। ਮੱਧ ਸ਼੍ਰੇਣੀ ਨੇ ਨਵਾਂ ਚੱਜ ਆਚਾਰ ਸਿਰਜਿਆ। ਪਿੰਡ ਵੱਡੇ ਹੋ ਕੇ ਕਸਬੇ ਬਣੇ, ਕਸਬੇ ਫੈਲ ਕੇ ਸ਼ਹਿਰ ਬਣ ਗਏ। ਭਾਂਤ ਭਾਂਤ ਦੇ ਲੋਕਾਂ ਦੇ ਇੱਕ ਸ਼ਹਿਰ ਵਿੱਚ ਰਹਿਣ ਨਾਲ ਜ਼ਾਤ ਪਾਤ ਟੁੱਟਣ ਲੱਗੀ। ਸਾਂਝੀ ਟੱਬਰਦਾਰੀ ਟੁੱਟਣ ਦੇ ਰਾਹ ਪਈ। ਮੇਲਿਆਂ ਦੀ ਥਾਂ ਬਾਜ਼ਾਰਾਂ ਨੇ ਲੈ ਲਈ। ਸਿਹਤ ਪ੍ਰਤੀ ਦ੍ਰਿਸ਼ਟੀਕੋਣ ਬਦਲਿਆ। ਸੜਕਾਂ ਨੇ ਪਿੰਡਾਂ ਨੂੰ ਕਸਬਿਆਂ ਨਾਲ, ਕਸਬਿਆਂ ਨੂੰ ਸ਼ਹਿਰਾਂ, ਸ਼ਹਿਰਾਂ ਨੂੰ ਰਾਜਧਾਨੀਆਂ, ਰਾਜਧਾਨੀਆਂ ਨੂੰ ਬੰਦਰਗਾਹਾਂ ਨਾਲ ਜੋੜਿਆ ਅਤੇ ਬੰਦਰਗਾਹਾਂ ਨੇ ਸਾਰੇ ਸੰਸਾਰ ਨੂੰ ਮੰਜੀ ਦੇ ਵਾਣ ਵਾਂਗ ਬੁਣ ਦਿੱਤਾ। ਕੀ ਇਹ ਛੋਟੀਆਂ ਤਬਦੀਲੀਆਂ ਸਨ?
ਇਹਨਾਂ ਸਭ ਤਬਦੀਲੀਆਂ ਨੇ ਬੰਦਾ ਹੀ ਬਦਲ ਦਿੱਤਾ। ਧੰਨਵਾਦ। ਬੇਮੇਲ। 19ਵੀਂ ਸਦੀ ਦੇ ਫਰਾਂਸੀਸੀ ਚਿੰਤਕ ਆਗਸਟ ਕਾਮਟੇ ਨੇ ਲਿਖਿਆ ਸੀ, ਜੇ ਮੈਂ ਵਿਆਹਿਆ ਨਾ ਹੁੰਦਾ ਤੇ ਆਪਣਾ ਸਮਾਂ ਪਤਨੀ ਨੂੰ ਪ੍ਰਸੰਨ ਕਰਨ ਵਿੱਚ ਲਾਇਆ ਨਾ ਹੁੰਦਾ ਤਾਂ ਮੈਂ ਆਪਣਾ ਗ੍ਰੰਥ 12 ਦੀ ਥਾਂ 8 ਸਾਲਾਂ 'ਚ ਮੁਕੰਮਲ ਕਰ ਲੈਣਾ ਸੀ। ਪਤਨੀ ਨੇ ਅਸਹਿਮਤ ਹੁੰਦਿਆਂ ਲਿਖਿਆ, ਮਨੁੱਖ ਇਸ ਸੰਸਾਰ 'ਚ ਕੇਵਲ ਗ੍ਰੰਥ ਲਿਖਣ ਨਹੀਂ ਆਉਂਦਾ। ਜੇ ਮੇਰੇ ਪਤੀ ਨੇ ਗ੍ਰੰਥ ਨਾ ਲਿਖਣਾ ਹੁੰਦਾ ਤਾਂ ਘਰ ਵਿੱਚ ਵਧੇਰੇ ਖੁਸ਼ੀ ਹੋਣੀ ਸੀ। ਉਸ ਵੇਲੇ ਤਲਾਕ ਦਾ ਰਿਵਾਜ਼ ਨਹੀਂ ਸੀ। ਪਤਨੀ ਰੁੱਸ ਕੇ ਛੱਡ ਕੇ ਚਲੀ ਜਾਂਦੀ ਸੀ। ਕਾਮਟੇ ਆਪਣੀ ਪਤਨੀ ਵੱਲੋਂ ਤੰਗ ਨਾ ਕਰਨ ਦੇ ਇਵਜ਼ ਵਿੱਚ ਉਹਨੂੰ ਮੁਆਵਜ਼ਾ ਦਿੰਦਾ ਸੀ। ਪਤਨੀ ਨੇ ਲਾਇਬ੍ਰੇਰੀ ਖੋਲ੍ਹੀ, ਜਿੱਥੇ ਆ ਕੇ ਲੋਕ ਪੈਸੇ ਦੇ ਕੇ ਪੁਸਤਕਾਂ ਪੜ੍ਹਦੇ ਤੇ ਪੜ੍ਹਨ ਲਈ ਲੈ ਜਾਂਦੇ ਸਨ। ਪਤਨੀ ਨੂੰ ਮੌਜ ਮੇਲਾ ਪਸੰਦ ਸੀ। ਜਦੋਂ ਇੱਕ ਅਮੀਰ ਬੰਦੇ ਨੇ ਵਿਆਹ ਦਾ ਵਾਅਦਾ ਕੀਤਾ ਤਾਂ ਉਹਨੇ ਲਾਇਬ੍ਰੇਰੀ ਬੰਦ ਕਰ ਦਿੱਤੀ। ਜਦੋਂ ਵਿਆਹ ਨਾ ਹੋਇਆ ਤਾਂ ਉਹਨੇ ਵੇਸਵਾ ਬਣਨ ਦਾ ਫੈਸਲਾ ਕੀਤਾ, ਪਰ ਕਾਮਟੇ ਨੇ ਰੋਕ ਦਿੱਤਾ ਤੇ ਆਪ ਮੁੜ ਵਿਆਹ ਕਰਵਾ ਲਿਆ। ਕਾਮਟੇ ਮਨੁੱਖਤਾ ਪ੍ਰਤੀ ਪਿਆਰ ਪ੍ਰਗਟਾਉਂਦਾ ਰਿਹਾ, ਪਰ ਪਤਨੀ ਨੂੰ ਪਿਆਰ ਨਾ ਕਰ ਸਕਿਆ। ਕਾਮਟੇ ਨੂੰ ਸਮਾਜ ਵਿਗਿਆਨੀ ਦਾ ਬਾਨੀ ਕਿਹਾ ਜਾਂਦਾ ਹੈ। ਪਤੀ ਪਤਨੀ ਦੇ ਸੁਭਾਅ ਇੰਨੇ ਬੇਮੇਲ ਸਨ ਕਿ ਉਹ ਆਪ ਹੈਰਾਨ ਸਨ ਕਿ ਉਹਨਾਂ ਦਾ ਰਿਸ਼ਤਾ ਇੰਨਾ ਚਿਰ ਚੱਲਦਾ ਕਿਵੇਂ ਰਿਹਾ। ਧੰਨਵਾਦ। ਕਾਮੂ। ਕਾਮੂ 20ਵੀਂ ਸਦੀ ਵਿੱਚ ਫਰਾਂਸ ਦਾ ਇੱਕ ਪ੍ਰਸਿੱਧ ਚਿੰਤਕ, ਫਿਲਾਸਫਰ ਤੇ ਲੇਖਕ ਹੋਇਆ ਹੈ, ਜਿਸ ਦੀਆਂ ਲਿਖਤਾਂ ਨੇ ਲਗਭਗ 5 ਦਹਾਕੇ ਸੰਸਾਰ ਦੇ ਚਿੰਤਨ ਨੂੰ ਪ੍ਰਭਾਵਿਤ ਕੀਤਾ। ਉਹਦੇ ਫਲਸਫੇ ਨੇ ਊਲ ਜਲੂਲਵਾਦ ਜਾਂ ਅਬਸਰਡਵਾਦ ਕਿਹਾ ਜਾਂਦਾ ਹੈ। ਉਹਦਾ ਮਤ ਸੀ ਕਿ ਸਭ ਕੁਝ ਮੌਤ ਨਾਲ ਮੁੱਕ ਹੀ ਜਾਣਾ ਹੈ, ਸੋ ਜੀਵਨ ਦਾ ਕੋਈ ਅਰਥ ਨਹੀਂ। ਅਜਿਹੇ ਵਿਅਕਤੀ ਨੂੰ ਕੌਣ ਪਿਆਰ ਕਰੇਗੀ? ਉਸਨੇ ਕਿਹਾ ਸੀ, ਪਿਆਰ ਇੱਕ ਅਜਿਹਾ ਬੁਖਾਰ ਹੈ ਜਿਹੜਾ ਨਾ ਸਿਆਣਿਆਂ ਨੂੰ ਨਾ ਮੂਰਖਾਂ ਨੂੰ ਬਖਸ਼ਦਾ ਹੈ। ਪਰ ਇਹ ਕਹਿਣ ਦੇ ਕੁਝ ਹੀ ਦਿਨਾਂ ਵਿੱਚ ਉਹਨੇ ਵਿਆਹ ਕਰਵਾ ਲਿਆ। ਪਰ ਵਿਆਹ ਦੀ ਗਲਤੀ ਦਾ ਅਹਿਸਾਸ ਹੋਇਆ। ਪਤਨੀ ਨਸ਼ਿਆਂ ਦੀ ਆਦੀ ਸੀ। ਇਸ ਕਾਰਨ ਉਹਦੀ ਪਿਆਰ ਪ੍ਰਤੀ ਸੋਚ ਨਾ ਪੱਖੀ ਹੀ ਰਹੀ। ਉਹਦਾ ਮਤ ਸੀ ਕਿ ਕਿਸੇ ਨੂੰ ਪਿਆਰ ਕਰਨ ਦਾ ਅਰਥ ਹੈ ਉਸ ਨਾਲ ਜੁੜ ਕੇ ਬੁੱਢੇ ਹੋਣਾ। ਉਸ ਅਨੁਸਾਰ ਖਿੱਚ, ਵਿਆਹ ਤੇ ਵਫਾਦਾਰੀ ਗੁਲਾਮੀ ਦੀਆਂ ਸੰਗਲੀਆਂ ਹਨ। ਤਲਾਕ ਤੋਂ 3 ਮਹੀਨੇ ਮਗਰੋਂ ਹੀ ਉਹਨੇ ਇੱਕ ਗਣਿਤ ਸ਼ਾਸਤਰੀ ਇਸਤਰੀ ਨਾਲ ਵਿਆਹ ਕਰਵਾ ਲਿਆ। ਕਾਮੂ ਦੀ ਜ਼ਿੰਦਗੀ ਬੜੀ ਬੇਨੇਮੀ ਸੀ। ਉਹਦੇ ਜੀਵਨ ਵਿੱਚ ਕਈ ਇਸਤਰੀਆਂ ਆਈਆਂ, ਪਰ ਉਹ ਨਿਭਿਆ ਕਿਸੇ ਨਾਲ ਨਾ। ਉਹਨੇ ਆਪ ਲਿਖਿਆ, ਜਿਸ ਵੀ ਇਸਤਰੀ ਨੂੰ ਮੇਰੇ ਨਾਲ ਪਿਆਰ ਹੋਇਆ ਮੈਂ ਉਹਨੂੰ ਪਰੇ ਧਕੇਲਦਾ ਰਿਹਾ। ਮੇਰੇ ਵਿੱਚ ਪਿਆਰ ਵਾਲੀ ਕੋਈ ਗੱਲ ਨਹੀਂ ਸੀ। 45 ਸਾਲ ਦੀ ਉਮਰ ਵਿੱਚ ਉਹ ਇੱਕ ਕਾਰ ਹਾਦਸੇ 'ਚ ਮਾਰਿਆ ਗਿਆ। ਧੰਨਵਾਦ। ਅਸਥਿਰਤਾ। ਚੇਚਕ, ਪੋਲੀਓ ਆਦਿ ਦੇ ਟੀਕਿਆਂ ਤੋਂ ਪਹਿਲਾਂ ਕਈ ਸਮਾਜਾਂ ਵਿੱਚ ਬਹੁਤ ਸਾਰੇ ਬੱਚਿਆਂ ਦੀ 5 ਸਾਲ ਤੋਂ ਪਹਿਲਾਂ ਹੀ ਮੌਤ ਹੋ ਜਾਂਦੀ ਸੀ। ਅਜਿਹੇ ਸਮਾਜਾਂ ਵਿੱਚ ਬੱਚਿਆਂ ਦਾ ਨਾਂ ਰੱਖਿਆ ਹੀ 5 ਸਾਲ ਮਗਰੋਂ ਜਾਂਦਾ ਸੀ। ਬ੍ਰਾਜ਼ੀਲ ਵਿੱਚ ਬਹੁਤੇ ਵਿਆਹ 2 ਸਾਲਾਂ 'ਚ ਟੁੱਟ ਜਾਂਦੇ ਸਨ। ਫਿਰ ਕਾਨੂੰਨ ਬਣਿਆ ਕਿ ਪਹਿਲਾ ਵਿਆਹ ਹੋਏਗਾ ਹੀ 2 ਸਾਲ ਲਈ। ਜੇ ਵਿਆਹ 2 ਸਾਲ ਚੱਲਦਾ ਰਹੇ ਤਾਂ ਫਿਰ ਪੱਕਾ ਵਿਆਹ ਹੁੰਦਾ ਸੀ। ਧੰਨਵਾਦ। ਤਕਰਾਰ। ਜਾਣੇ ਪਛਾਣੇ ਇਸਤਰੀ ਪੁਰਸ਼ ਦਾ ਪਤੀ ਪਤਨੀ ਬਣ ਜਾਣਾ ਦੋਹਾਂ ਲਈ ਦੁਖਦਾਈ ਹੁੰਦਾ ਹੈ। ਦੋ ਅਜਨਬੀ ਇੱਕ ਦੂਜੇ ਨਾਲ ਚੰਗਾ ਵਿਹਾਰ ਕਰਦੇ ਹਨ। ਕਿਸੇ ਨੂੰ ਜਾਣਨ ਤੋਂ ਪਹਿਲਾਂ ਉਸ ਨਾਲ ਚੰਗਾ ਵਿਹਾਰ ਕੀਤਾ ਜਾਂਦਾ ਹੈ। ਜਦੋਂ ਇੱਕ ਦੂਜੇ ਨੂੰ ਜਾਣ ਜਾਂਦੇ ਹਨ ਤਾਂ ਝਗੜਾ ਆਰੰਭ ਹੋ ਜਾਂਦਾ ਹੈ। ਜਾਣੇ ਪਛਾਣੇ ਪਤੀ ਪਤਨੀ ਇੱਕ ਦੂਜੇ ਨੂੰ ਜਾਣਦੇ ਹੁੰਦੇ ਹਨ। ਜੇ ਉਹ 5 ਸਾਲ ਤੋਂ ਇੱਕ ਦੂਜੇ ਨੂੰ ਜਾਣਦੇ ਹੋਣ ਜਾਂ ਪ੍ਰੇਮੀ ਪ੍ਰੇਮਿਕਾ ਰਹੀ ਹੋਣ ਤਾਂ ਵਿਆਹ ਤੋਂ 1 ਹਫ਼ਤਾ ਮਗਰੋਂ, ਵਿਆਹ 1 ਹਫ਼ਤਾ ਪੁਰਾਣਾ ਨਹੀਂ ਹੁੰਦਾ, 5 ਸਾਲ 1 ਹਫ਼ਤਾ ਪੁਰਾਣਾ ਹੋ ਜਾਂਦਾ ਹੈ, ਜਿਸ ਕਾਰਨ ਝਗੜਾ ਜਾਂ ਤਕਰਾਰ ਵਿਆਹ ਉਪਰੰਤ ਹੀ ਆਰੰਭ ਹੋ ਜਾਂਦਾ ਹੈ। ਧੰਨਵਾਦ। ਲੰਮੇ ਭਾਸ਼ਣ। ਸੰਸਾਰ ਵਿੱਚ ਲੰਮੇ ਭਾਸ਼ਣ ਦੇਣ ਦੀ ਵੀ ਪਰੰਪਰਾ ਹੈ। ਕ੍ਰਿਸ਼ਨਾ ਮੈਨਨ ਨੇ ਸੰਯੁਕਤ ਰਾਸ਼ਟਰ ਵਿੱਚ ਕਸ਼ਮੀਰ ਸਮੱਸਿਆ 'ਤੇ 8 ਘੰਟੇ ਭਾਸ਼ਣ ਦੇ ਕੇ ਇਸ ਸਮੱਸਿਆ ਨੂੰ ਹਮੇਸ਼ਾ ਲਈ ਉਲਝਾ ਦਿੱਤਾ ਸੀ। ਜਦੋਂ ਉਹਦਾ ਭਾਸ਼ਣ ਮੁੱਕਿਆ ਤਾਂ ਹਾਲ ਵਿੱਚ
ਕੋਈ ਸਰੋਤਾ ਹੀ ਨਹੀਂ ਸੀ। ਸਟਾਲਿਨ ਜਦੋਂ ਭਾਸ਼ਣ ਦਿੰਦਾ ਸੀ ਤਾਂ ਉਸ ਦੀ ਦਹਿਸ਼ਤ ਕਾਰਨ ਭਾਸ਼ਣ ਮੁੱਕਣ 'ਤੇ ਲੋਕ ਕਈ ਮਿੰਟ ਤਾੜੀਆਂ ਮਾਰਦੇ ਸਨ। ਕਿਸੇ ਵਿੱਚ ਹਿੰਮਤ ਨਹੀਂ ਸੀ ਹੁੰਦੀ ਕਿ ਤਾੜੀਆਂ ਮਾਰਨੀਆਂ ਬੰਦ ਕਰੇ, ਸੋ ਲੋਕ ਤਾੜੀਆਂ ਮਾਰਦੇ ਮਾਰਦੇ ਵਿਦਾ ਹੁੰਦੇ ਸਨ। ਕਿਊਬਾ ਦੇ ਡਿਕਟੇਟਰ ਫੀਡਲ ਕਾਸਟਰੋ ਨੇ 33 ਘੰਟੇ ਦਾ ਭਾਸ਼ਣ ਦਿੱਤਾ ਸੀ। ਪੁਲਿਸ ਨੇ ਸਰੋਤੇ ਜਾਣ ਨਹੀਂ ਸੀ ਦਿੱਤੇ। ਮੁਸੋਲਿਨੀ, ਹਿਟਲਰ, ਮਾਓ ਆਦਿ ਲੰਮੇ ਭਾਸ਼ਣਾਂ ਕਰਕੇ ਬਦਨਾਮ ਸਨ। ਜਿਹੜਾ ਤਾੜੀਆਂ ਨਹੀਂ ਸੀ ਮਾਰਦਾ ਉਹਨੂੰ ਫੜ ਕੇ ਦੇਸ਼ ਧਰੋਹ ਦਾ ਮੁਕੱਦਮਾ ਚਲਾਇਆ ਜਾਂਦਾ ਸੀ। ਪਿੱਛੇ ਜਿਹੇ ਦੀ ਗੱਲ ਹੈ ਕਿ ਉੱਤਰੀ ਕੋਰੀਆ ਦੇ ਡਿਕਟੇਟਰ ਨੇ ਆਪਣੇ ਜਨਮ ਦਿਨ ਦੇ ਸਮਾਗਮ ਵਿੱਚ ਉਸ ਦੇ ਭਾਸ਼ਣ ਦੇ ਮੁੱਕਣ 'ਤੇ ਘੱਟ ਤਾੜੀਆਂ ਮਾਰਨ ਕਰਕੇ ਉਹਦੇ ਚਾਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਡਿਕਟੇਟਰ ਤਾਂ ਡਿਕਟੇਟਰ ਹੀ ਹੁੰਦੇ ਹਨ। ਧੰਨਵਾਦ। ਲਤੀਫੇ ਸਮਾਜਿਕ ਵਿਅਕਤੀਆਂ ਦੇ ਗੈਰ ਸਮਾਜਿਕ ਵਿਹਾਰ ਨੂੰ ਪ੍ਰਗਟਾਉਂਦੇ ਹਨ। ਲਤੀਫੇ ਸਮਾਜ ਦਾ ਸੰਤੁਲਨ ਬਣਾਈ ਰੱਖਦੇ ਹਨ। ਹਸਾਉਣ ਦੀ ਵਿਧੀ ਨਾਲ ਇਹ ਸਾਨੂੰ ਦੂਜਿਆਂ ਦੀ ਮੂਰਖਤਾ ਪ੍ਰਤੀ ਸੁਚੇਤ ਕਰਕੇ ਸਾਨੂੰ ਮੂਰਖਤਾ ਕਰਨ ਤੋਂ ਵਰਜਦੇ ਹਨ। ਇੱਕ ਡਾਕਟਰ ਪਤੀ ਨੇ ਪਤਨੀ ਨੂੰ ਕਿਹਾ, ਪਾਗਲ ਮਰੀਜ਼ਾਂ 'ਚ ਰਹਿ ਰਹਿ ਕੇ ਮੈਂ ਤਾਂ ਆਪ ਅੱਧਾ ਪਾਗਲ ਹੋ ਗਿਆ। ਪਤਨੀ ਨੇ ਕਿਹਾ, ਕੋਈ ਕੰਮ ਪੂਰਾ ਵੀ ਕਰ ਲਿਆ ਕਰੋ। ਲਤੀਫਿਆਂ ਵਿੱਚ ਵਿਸ਼ਾ ਕਿਸੇ ਨਾ ਕਿਸੇ ਦੀ ਮੂਰਖਤਾ ਹੁੰਦਾ ਹੈ, ਪਰ ਉਦੇਸ਼ ਸੁਣਨ ਵਾਲੇ ਨੂੰ ਸਿਆਣਾ ਬਣਾਉਣਾ ਹੁੰਦਾ ਹੈ। ਧੰਨਵਾਦ। ਉਦਾਰਤਾ। ਗਾਂਧੀ ਜੀ ਨੇ ਆਪਣੇ ਅਹਿੰਸਾਵਾਦ ਵਿੱਚ ਸਫਲਤਾ ਉਦਾਰਵਾਦੀ ਅੰਗਰੇਜ਼ਾਂ ਦਾ ਵਿਰੋਧ ਕਰਨ ਕਰਕੇ ਪ੍ਰਾਪਤ ਕੀਤੀ। ਜੇ ਉਹ ਨੈਪੋਲੀਅਨ, ਹਿਟਲਰ ਜਾਂ ਸਟਾਲਿਨ ਸਾਹਮਣੇ ਅੜੇ ਹੁੰਦੇ ਤਾਂ ਨਤੀਜੇ ਬੜੇ ਭਿਆਨਕ ਨਿਕਲਣੇ ਸਨ। ਇਹ ਅੰਗਰੇਜ਼ਾਂ ਦੇ ਉਦਾਰਵਾਦ ਕਾਰਨ ਹੀ ਸੀ ਕਿ ਅੰਗਰੇਜ਼ਾਂ ਨੇ ਕਦੇ ਵੀ ਗਾਂਧੀ ਜੀ ਨੂੰ ਮਾਰਨ ਮਰਵਾਉਣ ਦਾ ਯਤਨ ਨਹੀਂ ਕੀਤਾ। ਕੁਝ ਅਰਸਾ ਪਹਿਲਾਂ 2 ਮੁਸਲਮਾਨਾਂ ਨੇ ਲੰਦਨ ਦੀ ਮੈਟਰੋ ਵਿੱਚ ਬੰਬ ਫਟਾਇਆ। ਕਈ ਮੌਤਾਂ ਹੋਈਆਂ। ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਕੀਤੀ, ਪਰ ਉਹਨਾਂ ਦੇ ਪਰਿਵਾਰਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ। ਈਰਾਨ ਦੇ ਖੋਮੈਨੀ ਨੇ ਸਲਮਾਨ ਰੁਸ਼ਦੀ ਨੂੰ ਕਤਲ ਕਰਨ ਦਾ ਫਰਮਾਨ ਜਾਰੀ ਕੀਤਾ, ਪਰ ਇੰਗਲੈਂਡ ਨੇ ਭਾਰੀ ਕੀਮਤ 'ਤੇ ਉਸ ਦੀ ਰੱਖਿਆ ਕੀਤੀ। ਜਰਮਨਾਂ ਨੇ ਕਾਰਲ ਮਾਰਕਸ ਨੂੰ ਆਪਣੇ ਦੇਸ਼ ਵਿੱਚੋਂ ਕੱਢਿਆ। ਫਰਾਂਸ ਉੱਤੇ ਦਬਾਅ ਪਾ ਕੇ ਫਰਾਂਸ ਵਿੱਚੋਂ ਕਢਵਾਇਆ, ਜਿੱਥੋਂ ਮਾਰਕਸ ਬੈਲਜੀਅਮ ਦੀ ਰਾਜਧਾਨੀ ਬਰਸਲਜ਼ ਚਲਾ ਗਿਆ, ਉੱਥੋਂ ਵੀ ਕੱਢਿਆ ਗਿਆ। ਜਿੱਥੋਂ ਇੰਗਲੈਂਡ ਚਲਾ ਗਿਆ, ਇੰਗਲੈਂਡ ਨੇ ਉਹਨੂੰ ਸਵੀਕਾਰ ਕੀਤਾ। ਇੰਗਲੈਂਡ ਵਿੱਚ ਮਾਰਕਸ 31 ਸਾਲ ਦੀ ਉਮਰ ਵਿੱਚ ਆਇਆ ਅਤੇ ਮਰਨ ਤੱਕ ਅਗਲੇ 34 ਸਾਲ ਉਹ ਇੰਗਲੈਂਡ ਵਿੱਚ ਰਿਹਾ। ਇਸੇ ਕਾਰਨ ਇੰਗਲੈਂਡ ਆਪਣੀ ਮਾਤਰ ਭੂਮੀ ਵਿੱਚੋਂ ਕੱਢੇ ਗਿਆਂ ਦੀ ਮਾਤਰ ਭੂਮੀ ਅਖਵਾਉਂਦਾ ਹੈ। ਧੰਨਵਾਦ। ਸਵਿਤਰੀ ਨੂੰ ਪਤਾ ਸੀ ਕਿ ਬਹਾਦਰ ਤੇ ਸਿਆਣੇ ਸੱਤਿਆਵਾਨ ਨੇ 1 ਸਾਲ ਮਗਰੋਂ ਮਰ ਜਾਣਾ ਸੀ, ਪਰ ਤਾਂ ਵੀ ਉਹਨੇ ਸੱਤਿਆਵਾਨ ਦੀ ਸਿਆਣਪ ਅਤੇ ਬਹਾਦਰੀ ਦਾ ਸਤਿਕਾਰ ਕਰਦਿਆਂ ਉਸ ਨਾਲ ਵਿਆਹ ਕਰਵਾਇਆ। ਕਹਿੰਦੇ ਹਨ ਕਿ ਜਦੋਂ ਸੱਤਿਆਵਾਨ ਦੇ ਮਰਨ ਦਾ ਸਮਾਂ ਆਇਆ ਤਾਂ ਯਮਰਾਜ ਨੇ ਸਵਿਤਰੀ ਦੀ ਇੱਛਾ ਪੁੱਛੀ, ਜਿਸ ਨੇ 100 ਬੱਚਿਆਂ ਦੀ ਮਾਂ ਬਣਨ ਦੀ ਇੱਛਾ ਪ੍ਰਗਟਾਈ ਸੀ। ਇਸ ਇੱਛਾ ਦੇ ਪ੍ਰਗਟਾਵੇ ਨਾਲ ਸਵਿਤਰੀ ਨੇ ਸੱਤਿਆਵਾਨ ਨੂੰ ਮਰਨ ਤੋਂ ਬਚਾ ਲਿਆ ਸੀ। ਜੇ ਸੱਤਿਆਵਾਨ ਬਹਾਦਰ ਤੇ ਸਿਆਣਾ ਸੀ ਤਾਂ ਸਵਿਤਰੀ ਨੇ ਸੱਤਿਆਵਾਨ ਨਾਲੋਂ ਵੀ ਉਚੇਰੀ ਸਿਆਣਪ ਦਾ ਸਬੂਤ ਦੇ ਕੇ ਮੌਤ ਦੇ ਦੁਆਰ 'ਤੇ ਪਹੁੰਚੇ ਸੱਤਿਆਵਾਨ ਨੂੰ ਵਾਪਸ ਬੁਲਾ ਲਿਆ ਸੀ। ਭਾਰਤ ਵਿੱਚ ਸੱਤਿਆਵਾਨ ਨਾਂ ਕਿਸੇ ਕਿਸੇ ਪੁਰਸ਼ ਦਾ ਹੈ, ਸਵਿਤਰੀ ਲੱਖਾਂ ਕਰੋੜਾਂ ਇਸਤਰੀਆਂ ਦਾ ਨਾਮ ਹੈ। ਧੰਨਵਾਦ। ਬਦਲ ਰਹੀ ਦੁਨੀਆ। ਇਹ ਸਾਰੇ ਮੰਨਦੇ ਹਨ ਕਿ ਦੁਨੀਆ ਬਦਲ ਰਹੀ ਹੈ, ਪਰ ਇਸ ਨੂੰ ਕੌਣ ਬਦਲ ਰਿਹਾ ਹੈ, ਇਸ ਨੁਕਤੇ ਸੰਬੰਧੀ ਸਹਿਮਤੀ ਨਹੀਂ। ਕਈ ਕਹਿੰਦੇ ਹਨ ਕਿ ਵਿਗਿਆਨ ਬਦਲ ਰਿਹਾ ਹੈ। ਇਹ ਸਪਸ਼ਟ ਹੈ ਕਿ ਧਰਮ ਇਹ ਬਦਲਾਅ ਨਹੀਂ ਲਿਆ ਰਿਹਾ, ਪਰ ਧਰਮ ਵੀ ਬਦਲ ਰਹੇ ਹਨ। ਕਈ ਕਹਿੰਦੇ ਹਨ ਆਰਥਿਕ ਸਥਿਤੀਆਂ ਬਦਲ ਰਹੀਆਂ ਹਨ, ਵਿਸ਼ਵੀਕਰਨ ਬਦਲ ਰਿਹਾ ਹੈ। ਕਈਆਂ ਦਾ ਮਤ ਹੈ ਕਿ ਸੂਚਨਾ ਤਕਨਾਲੋਜੀ ਤੇ ਸੰਚਾਰ ਸਾਧਨ ਬਦਲ ਰਹੇ ਹਨ। ਕਈ ਕਹਿੰਦੇ ਹਨ ਪ੍ਰਾਕਿਰਤਿਕ ਵਰਤਾਰੇ ਬਦਲ ਰਹੇ ਹਨ। ਪ੍ਰਤੀਤ ਹੁੰਦਾ ਹੈ
ਕਿ ਅਣਗਿਣਤ ਵਰਤਾਰੇ ਰਲ ਕੇ ਸੰਸਾਰ ਨੂੰ ਬਦਲ ਰਹੇ ਹਨ। ਸੰਸਾਰ ਨੂੰ ਬਦਲਣ ਵਿੱਚ ਤੁਸੀਂ, ਮੈਂ, ਅਸੀਂ ਸਾਰੇ ਸ਼ਾਮਲ ਹਾਂ ਅਤੇ ਦੁਨੀਆ ਦੇ ਬਦਲਣ ਨਾਲ ਅਸੀਂ ਆਪ ਵੀ ਬਦਲ ਰਹੇ ਹਾਂ। ਧੰਨਵਾਦ। ਇੱਕੋ ਕਿਸੇ ਦੇਸ਼ ਨੇ 2 ਸਿਕੰਦਰ, 2 ਨੈਪੋਲੀਅਨ, 2 ਲੈਨਿਨ ਜਾਂ 2 ਭਗਤ ਸਿੰਘ ਪੈਦਾ ਨਹੀਂ ਕੀਤੇ। ਧੰਨਵਾਦ। ਨਾਸਤਕ। ਸੰਸਾਰ 'ਚ ਲਗਭਗ 20% ਲੋਕ ਨਾਸਤਕ ਹਨ। ਕੋਈ ਮੁੱਢੋਂ ਹੀ ਨਾਸਤਕ ਨਹੀਂ ਹੁੰਦਾ। ਪਹਿਲਾਂ ਮਨੁੱਖ ਦੇ ਮਨ ਵਿੱਚ ਰੱਬ ਬਾਰੇ ਸ਼ੰਕੇ ਤੇ ਸੰਦੇਹ ਉਪਜਦੇ ਹਨ। ਕਈ ਘਟਨਾਵਾਂ ਤੇ ਮੌਤਾਂ ਕਾਰਨ ਮਨੁੱਖ ਦਾ ਪਰਮਾਤਮਾ ਵਿੱਚ ਵਿਸ਼ਵਾਸ ਡੋਲ ਜਾਂਦਾ ਹੈ। ਇਹ ਲੋਕ ਆਪਣੇ ਸ਼ੰਕੇ ਹਮ ਖਿਆਲਾਂ ਨਾਲ ਸਾਂਝੇ ਕਰਦੇ ਹਨ। ਇਹ ਇੱਕ ਦੂਜੇ ਦੇ ਸਾਥ ਵਿੱਚ ਨਾਸਤਕ ਬਣਨ ਤੋਂ ਡਰਦੇ ਨਹੀਂ। ਜਿਵੇਂ ਆਸਤਕ ਆਪਣੇ ਵਿਸ਼ਵਾਸ ਪੱਕੇ ਕਰਨ ਲਈ ਆਪਣੇ ਧਰਮ ਦੇ ਧਾਰਮਿਕ ਸਥਾਨ 'ਤੇ ਜਾਂਦੇ ਹਨ, ਉਵੇਂ ਹੀ ਨਾਸਤਕ ਕਿਸੇ ਸਾਂਝੀ ਥਾਂ 'ਤੇ ਇਕੱਤਰ ਹੁੰਦੇ ਹਨ। ਜਦੋਂ ਕੋਈ ਨਾਸਤਿਕ ਬਣਦਾ ਹੈ ਤਾਂ ਉਸ ਵੇਲੇ ਤੱਕ ਉਸ ਨੂੰ ਚਰਚ ਜਾਣ ਦੀ ਆਦਤ ਪੈ ਚੁੱਕੀ ਹੁੰਦੀ ਹੈ। ਯੂਰਪ ਤੇ ਅਮਰੀਕਾ ਵਿੱਚ ਹੁਣ ਨਾਸਤਕ ਵੀ ਆਪਣੇ ਚਰਚ ਖੋਲ੍ਹਣ ਲੱਗ ਪਏ ਹਨ। ਪੰਜਾਬ ਵਿੱਚ ਤਰਕਸ਼ੀਲ ਲਹਿਰ ਧਾਰਮਿਕ ਅੰਧ ਵਿਸ਼ਵਾਸਾਂ ਦਾ ਵਿਰੋਧ ਕਰਦੀ ਹੈ। ਆਸਤਕਾਂ ਵਾਂਗ ਨਾਸਤਕ ਨੂੰ ਵੀ ਆਪਸੀ ਮੇਲ ਮਿਲਾਪ ਚੰਗਾ ਲੱਗਦਾ ਹੈ। ਵੇਖਣ ਤੋਂ ਕਿਸੇ ਬਾਰੇ ਪਤਾ ਨਹੀਂ ਲੱਗਦਾ ਕਿ ਉਹ ਆਸਤਿਕ ਹੈ ਕਿ ਨਾਸਤਿਕ, ਪਰ ਉਹਦੇ ਕੁਝ ਵਾਕਾਂ ਤੋਂ ਹੀ ਸਪਸ਼ਟ ਹੋ ਜਾਂਦਾ ਹੈ। ਧੰਨਵਾਦ। ਨਜਾਇਜ਼ ਔਲਾਦ। ਮੱਧਕਾਲੀ ਯੂਰਪ ਵਿੱਚ ਨਜਾਇਜ਼ ਸਬੰਧ ਵਿੱਚੋਂ ਜਨਮੇ ਬੱਚੇ ਨੂੰ ਸਕੂਲ ਕਾਲਜ ਵਿੱਚ ਦਾਖਲਾ ਲੈਣ, ਪਾਦਰੀ ਬਣਨ, ਵਕੀਲ ਜਾਂ ਡਾਕਟਰ ਬਣਨ ਦੀ ਮਨਾਹੀ ਸੀ। ਪਰ ਹਰਾਮੀ ਕਹੇ ਜਾਂਦੇ ਬੱਚੇ ਆਪਣੇ ਯਤਨਾਂ ਨਾਲ ਬੜਾ ਕੁਝ ਬਣ ਜਾਂਦੇ ਸਨ। ਮੋਨਾਲਿਜ਼ਾ ਦਾ ਚਤੇਰਾ ਨਾਜਾਇਜ਼ ਔਲਾਦ ਸੀ। ਉਹ ਜੰਗਲਾਂ 'ਚ ਘੁੰਮਦਾ ਰਹਿੰਦਾ ਸੀ। ਕੁਦਰਤ ਦੇ ਨਜ਼ਾਰਿਆਂ ਨੇ ਉਸ ਨੂੰ ਚਿੱਤਰਕਾਰ ਬਣਾ ਦਿੱਤਾ। ਪਿਤਾ ਨੇ ਇੱਕ ਸਥਾਪਤ ਚਿੱਤਰਕਾਰ ਕੋਲ ਸਿਖਲਾਈ ਲੈਣ ਭੇਜਿਆ। ਇੱਕ ਅਧਿਆਪਕ ਉਹਨੂੰ ਚਿੱਤਰ ਤੋਂ ਚਿੱਤਰ ਬਣਾਉਣ ਲਈ ਕਹਿੰਦਾ ਸੀ, ਪਰ ਲਿਓਨਾਰਦੋ ਦੀ ਦਿਲਚਸਪੀ ਨਕਲ ਕਰਨ 'ਚ ਨਹੀਂ ਸੀ। ਕੁਝ ਨਵਾਂ ਸਿਰਜਣ ਵਿੱਚ ਸੀ, ਜਿਸ ਕਾਰਨ ਲਿਓਨਾਰਦੋ ਅਧਿਆਪਕ ਦੇ ਚਿੱਤਰ ਨੂੰ ਵੀ ਬਦਲ ਦਿੰਦਾ ਸੀ, ਕੁਝ ਨਵਾਂ ਜੋੜ ਦਿੰਦਾ ਸੀ, ਕੁਝ ਪਹਿਲਾਂ ਹੀ ਜੁੜਿਆ ਕੱਢ ਦਿੰਦਾ ਸੀ। ਉਹ ਸੰਤਾਂ ਦੇ ਬੇਜਾਨ ਚਿਹਰਿਆਂ ਵਿੱਚ ਨੂਰ ਭਰ ਦਿੰਦਾ ਸੀ। ਉਹ ਦੇਵਤਿਆਂ ਦੇ ਐਵੇਂ ਖੰਭ ਲਾ ਦਿੰਦਾ ਸੀ ਕਿ ਖੰਭ ਉਹਨਾਂ ਦੇ ਸਰੀਰ ਵਿੱਚੋਂ ਉੱਭਰੇ ਨਜ਼ਰ ਆਉਂਦੇ ਸਨ। ਖੰਭਾਂ ਵਾਲੇ ਦੇਵਤਿਆਂ ਦੇ ਚਿੱਤਰਾਂ ਤੋਂ ਉਸ ਨੂੰ ਖਿਆਲ ਆਇਆ ਕਿ ਮਨੁੱਖ ਵੀ ਉੱਡ ਸਕਦਾ ਹੈ। ਉਹਨੇ ਉੱਡਣ ਵਾਲੇ ਮਨੁੱਖਾਂ ਦੇ ਖਾਕੇ ਬਣਾਏ, ਜਿਹੜੇ ਮਗਰੋਂ ਹਵਾਈ ਜਹਾਜ਼ ਦੀ ਕਾਢ ਵਿੱਚ ਸਹਾਈ ਹੋਏ। ਉਹਨੇ ਕਦੇ ਯੁੱਧ ਨਹੀਂ ਸੀ ਲੜਿਆ, ਪਰ ਕਿਲਿਆਂ ਦੇ ਨਕਸ਼ੇ ਬਣਾਏ। ਉਸਦੇ ਪੁਲਾਂ ਦੇ ਨਕਸ਼ਿਆਂ ਅਨੁਸਾਰ ਮਗਰੋਂ ਦਰਿਆਵਾਂ 'ਤੇ ਪੁਲ ਉਸਾਰੇ ਗਏ। ਉਹਨੇ ਹਥਿਆਰਾਂ ਦੇ ਖਾਕੇ ਬਣਾਏ ਅਤੇ ਉਸਨੇ ਹੀ ਸਾਈਕਲ ਦਾ ਸੰਸਾਰ ਵਿੱਚ ਪਹਿਲਾ ਖਾਕਾ ਬਣਾਇਆ। ਧੰਨਵਾਦ। ਗੱਲਬਾਤ। ਕੀ ਹਾਲ ਹੈ? ਬਹੁਤ ਚੰਗਾ ਹੈ। ਤੁਸੀਂ ਸੁਣਾਓ, ਸਿਹਤ ਕੈਸੀ ਹੈ? ਬਿਲਕੁਲ ਠੀਕ ਹੈ। ਘਰ-ਬਾਰ ਕਿਵੇਂ ਹੈ? ਸਭ ਰਾਜ਼ੀ ਬਾਜ਼ੀ ਹਨ? ਅੱਛਾ, ਖੁਸ਼ ਰਹੋ। ਧੰਨਵਾਦ। ਗੱਲਬਾਤ ਹੋਈ ਹੈ ਕਿ ਨਹੀਂ? ਲੱਗਦਾ ਹੈ ਹੋਈ ਹੈ, ਪਰ ਹੋਈ ਕੋਈ ਨਹੀਂ। ਧੰਨਵਾਦ। ਨੈਤਿਕ ਫੈਸਲੇ। ਇੱਕ ਰੇਲਵੇ ਸਟੇਸ਼ਨ ਨੇੜੇ ਕਰਮਚਾਰੀਆਂ ਦੇ ਕੁਆਟਰ ਸਨ। ਕੁਆਟਰਾਂ ਦੇ ਨੇੜੇ ਦੇ ਰੇਲਵੇ ਲਾਈਨਾਂ ਸਨ, ਜਿਨ੍ਹਾਂ ਵਿੱਚੋਂ ਇੱਕ ਕਦੇ-ਕਦੇ ਵਰਤੀ ਜਾਂਦੀ ਸੀ, ਦੂਜੀ ਵਰਤੋਂ 'ਚ ਨਹੀਂ ਲਿਆਂਦੀ ਜਾਂਦੀ ਸੀ। ਇੱਕ ਬੱਚਾ ਅਣਵਰਤੀ ਲਾਈਨ 'ਤੇ ਖੇਡ ਰਿਹਾ ਸੀ ਅਤੇ ਕਈ ਬੱਚੇ ਵਰਤੀ ਜਾ ਸਕਣ ਵਾਲੀ ਲਾਈਨ 'ਤੇ ਖੇਡ ਰਹੇ ਸਨ। ਸਟੇਸ਼ਨ ਦੀਆਂ ਦੋਵੇਂ ਮੁੱਖ ਲਾਈਨਾਂ 'ਤੇ ਗੱਡੀਆਂ ਖੜ੍ਹੀਆਂ ਸਨ। ਗੱਡੀ ਆ ਰਹੀ ਸੀ ਜਿਸ ਨੇ ਰੁਕਣਾ ਸੀ। ਜੇ ਗੱਡੀ ਕਦੇ-ਕਦੇ ਵਰਤਣ ਵਾਲੀ ਲਾਈਨ 'ਤੇ ਪਾਈ ਜਾਵੇ ਤਾਂ ਕਈ ਬੱਚੇ ਮਰਨਗੇ, ਪਰ ਜੇ ਅਣਵਰਤੀ ਲਾਈਨ 'ਤੇ ਪਾਈ ਜਾਵੇ ਤਾਂ ਇੱਕ ਬੱਚਾ ਮਰੇਗਾ। ਤੁਸੀਂ ਕੀ ਫੈਸਲਾ ਕਰੋਗੇ? ਬਹੁਤੇ ਕਹਿਣਗੇ ਇੱਕ ਬੱਚਾ ਭਾਵੇਂ ਮਰ ਜਾਏ, ਬਹੁਤੇ ਬਚਾਏ ਜਾਣੇ ਚਾਹੀਦੇ ਹਨ। ਪਰ ਅਜਿਹਾ ਕਹਿਣ ਵਾਲੇ ਇਹ ਕਿਉਂ ਨਹੀਂ ਸੋਚਦੇ ਕਿ ਇੱਕ ਬੱਚੇ ਨੇ ਖੇਡਣ ਲਈ
ਸੁਰੱਖਿਅਤ ਅਣਵਰਤੀ ਲਾਈਨ 'ਤੇ ਖੇਡਣ ਦਾ ਫੈਸਲਾ ਕੀਤਾ ਸੀ, ਜਦੋਂ ਕਿ ਬਾਕੀਆਂ ਨੇ ਖੇਡਣ ਲਈ ਖਤਰੇ ਵਾਲੀ ਲਾਈਨ ਨੂੰ ਚੁਣਿਆ ਸੀ। ਨਿਰਸੰਦੇਹ ਅਣਵਰਤੀ ਲਾਈਨ ਠੀਕ ਨਾ ਹੋਣ ਕਰਕੇ ਨਹੀਂ ਵਰਤੀ ਜਾ ਰਹੀ ਸੀ। ਕੁਝ ਬੱਚਿਆਂ ਨੂੰ ਬਚਾਉਣ ਲਈ ਇੱਕ ਬੱਚੇ ਦੀ ਕੁਰਬਾਨੀ ਨਹੀਂ ਸੀ ਦਿੱਤੀ ਜਾ ਰਹੀ। ਸੈਂਕੜੇ ਸਵਾਰੀਆਂ ਦੀ ਜਾਨ ਨੂੰ ਵੀ ਖਤਰੇ 'ਚ ਪਾਇਆ ਜਾ ਰਿਹਾ ਸੀ। ਜੇ ਸੋਚ ਪ੍ਰਚਲਿਤ ਹੁੰਦੀ ਹੈ, ਉਹ ਜ਼ਰੂਰੀ ਨਹੀਂ ਕਿ ਠੀਕ ਹੋਵੇ, ਅਤੇ ਜੋ ਸੋਚ ਠੀਕ ਹੁੰਦੀ ਹੈ, ਜ਼ਰੂਰੀ ਨਹੀਂ ਕਿ ਉਹ ਪ੍ਰਚਲਿਤ ਹੋਵੇ। ਨੈਤਿਕ ਫੈਸਲੇ ਕਰਨੇ ਸੌਖੇ ਨਹੀਂ ਹੁੰਦੇ। ਧੰਨਵਾਦ। ਆਗੂ ਤੇ ਪ੍ਰਬੰਧਕ। ਅਕਲ ਮੁੱਖ ਤੌਰ 'ਤੇ ਦੋ ਪ੍ਰਕਾਰ ਦੀ ਹੁੰਦੀ ਹੈ: ਨਵੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਅਤੇ ਹੋਰਾਂ ਦੇ ਫੈਸਲਿਆਂ ਨੂੰ ਅਮਲ ਵਿੱਚ ਲਿਆਉਣਾ। ਆਗੂ ਫੈਸਲਾ ਕਰਦਾ ਹੈ, ਪ੍ਰਬੰਧਕ ਫੈਸਲਿਆਂ ਉੱਤੇ ਅਮਲ ਕਰਦੇ ਹਨ। ਪਤੀ ਫੈਸਲਾ ਕਰਦਾ ਹੈ, ਪਤਨੀ ਅਮਲ ਕਰਦੀ ਹੈ। ਡਾਕਟਰ ਇਲਾਜ ਦਾ ਫੈਸਲਾ ਕਰਦਾ ਹੈ, ਨਰਸ ਹਦਾਇਤਾਂ 'ਤੇ ਅਮਲ ਕਰਦੀ ਹੈ। ਫੈਸਲੇ ਕਰਨ ਵਾਲੇ ਮਾਹਿਰ ਅਖਵਾਉਂਦੇ ਹਨ। ਫੈਸਲੇ ਕਰਨ ਵਾਲਿਆਂ ਦਾ ਦਰਜਾ ਅਮਲ ਕਰਨ ਵਾਲਿਆਂ ਨਾਲੋਂ ਉੱਚਾ ਹੁੰਦਾ ਹੈ। ਇੱਕ ਕੰਪਨੀ ਵਿਕਾਸ ਕਰਨਾ ਚਾਹੁੰਦੀ ਸੀ। ਕੰਪਨੀ ਨੇ ਪ੍ਰਤੀਯੋਗੀ ਕੰਪਨੀ ਦਾ ਨੰਬਰ 2 ਅਧਿਕਾਰੀ ਆਪਣੀ ਕੰਪਨੀ ਦਾ ਮੁੱਖ ਅਧਿਕਾਰੀ ਇਸ ਉਦੇਸ਼ ਅਧੀਨ ਨਿਯੁਕਤ ਕੀਤਾ ਕਿ ਉਹਦੇ ਫੈਸਲਿਆਂ ਨਾਲ ਕੰਪਨੀ ਵਿਕਾਸ ਕਰੇਗੀ, ਪਰ ਇਵੇਂ ਹੋਇਆ ਨਾ। ਮਗਰੋਂ ਪਤਾ ਲੱਗਾ ਕਿ ਦੂਜੀ ਕੰਪਨੀ ਦਾ ਜਿਹੜਾ ਨੰਬਰ 2 ਅਧਿਕਾਰੀ ਲਿਆਂਦਾ ਗਿਆ ਸੀ, ਉਹ ਪ੍ਰਬੰਧਕ ਚੰਗਾ ਸੀ ਅਤੇ ਫੈਸਲਿਆਂ ਨੂੰ ਅਮਲ ਵਿੱਚ ਲਿਆਉਣ ਦਾ ਮਾਹਿਰ ਸੀ, ਪਰ ਫੈਸਲੇ ਕਰਨੇ ਉਹਦੇ ਵੱਸ ਦੀ ਗੱਲ ਨਹੀਂ ਸੀ। ਵੱਡੇ ਅਹੁਦਿਆਂ 'ਤੇ ਇਹ ਅੰਤਰ ਬੜਾ ਸਪਸ਼ਟ ਹੁੰਦਾ ਹੈ। ਤੁਸੀਂ ਆਪ ਜਾਣੋ ਕਿ ਤੁਸੀਂ ਆਗੂ ਚੰਗੇ ਹੋ ਕਿ ਪ੍ਰਬੰਧਕ ਚੰਗੇ ਹੋ। ਧੰਨਵਾਦ। ਐਲਾਨ। ਸੈਰ ਸਪਾਟੇ ਲਈ ਗਏ ਵਿਦਿਆਰਥੀਆਂ ਦੀ ਟੋਲੀ ਵਿਚਲੇ ਇੱਕ ਵਿਆਹੇ ਵਿਦਿਆਰਥੀ ਦੀ ਮੌਤ ਹੋ ਗਈ। ਭੋਗ ਵੇਲੇ ਇੱਕ ਵਿਦਿਆਰਥੀ ਨੇ ਉੱਠ ਕੇ ਐਲਾਨ ਕਰ ਦਿੱਤਾ ਕਿ ਅਸੀਂ 1 ਲੱਖ ਰੁਪਇਆ ਇਕੱਤਰ ਕਰਕੇ ਉਹਦੀ ਪਤਨੀ ਨੂੰ ਦੇਵਾਂਗੇ। ਐਲਾਨ ਕਰਨ ਵਾਲੇ ਨੇ 10 ਵਿਅਕਤੀਆਂ ਦੀ ਸੂਚੀ ਬਣਾਈ ਅਤੇ ਸੂਚੀ ਵਿਚਲੇ ਹਰੇਕ ਵਿਅਕਤੀ ਕੋਲ ਜਾ ਕੇ 10,000 ਦਾ ਯੋਗਦਾਨ ਪਾਉਣ ਲਈ ਕਹਿਣ ਦਾ ਪ੍ਰੋਗਰਾਮ ਉਲੀਕਿਆ। ਪਹਿਲੇ ਹੀ ਵਿਅਕਤੀ ਨੇ ਪੁੱਛਿਆ, ਤੁਸੀਂ ਪੈਸਿਆਂ ਦਾ ਪ੍ਰਬੰਧ ਕਰਨ ਤੋਂ ਪਹਿਲਾਂ ਹੀ ਐਲਾਨ ਕਿਉਂ ਕੀਤਾ? ਉਹਨੇ ਪੁੱਛਿਆ, ਤੁਸੀਂ ਆਪ ਕਿੰਨਾ ਯੋਗਦਾਨ ਪਾ ਰਹੇ ਹੋ? ਉਹ ਆਪ ਕੁਝ ਨਹੀਂ ਸੀ ਪਾ ਰਹੇ। ਉਹਨਾਂ ਦਾ ਯੋਗਦਾਨ ਐਲਾਨ ਕਰਨਾ ਹੀ ਸੀ। ਇਵੇਂ ਕਈ ਵਿਅਕਤੀ ਆਪਣੇ ਬਜ਼ੁਰਗਾਂ ਦੇ ਭੋਗ 'ਤੇ ਵੱਡੇ ਦਾਨ ਕਰਨ ਦੇ ਐਲਾਨਾਂ ਨਾਲ ਆਪਣੀ ਪ੍ਰਸ਼ੰਸਾ ਕਰਵਾ ਲੈਂਦੇ ਹਨ, ਪਰ ਇਹ ਕੇਵਲ ਐਲਾਨ ਹੀ ਹੁੰਦੇ ਹਨ। ਅੰਤਰ ਜਾਣਨ ਦੀ ਲੋੜ ਹੈ। ਐਲਾਨ ਦੇਵਾਂਗੇ ਦਾ ਹੋ ਰਿਹਾ ਹੈ ਕਿ ਦੇ ਰਹੇ ਹਾਂ ਦਾ ਹੋ ਰਿਹਾ ਹੈ। ਮੰਤਰੀ ਵੀ ਅਜਿਹੇ ਐਲਾਨ ਕਰਦੇ ਰਹਿੰਦੇ ਹਨ। ਇਹ ਭੁਕਾਨੇ ਐਲਾਨ ਹੁੰਦੇ ਹਨ, ਜਿਨ੍ਹਾਂ ਦੀ ਫੂਕ ਜਲਦੀ ਨਿਕਲ ਜਾਂਦੀ ਹੈ। ਧੰਨਵਾਦ। ਦਾਨ। ਦੱਖਣੀ ਭਾਰਤ ਵਿੱਚ ਮੰਦਰਾਂ ਦੀ ਭਰਮਾਰ ਹੈ। ਮੰਦਰਾਂ ਦਾ ਆਪਸ ਵਿੱਚ ਮੁਕਾਬਲਾ ਵੀ ਹੈ। ਇੱਕ ਮੰਦਰ ਵਿੱਚ ਵੱਡਾ ਹਾਲ ਬਣਾਉਣ ਦਾ ਐਲਾਨ ਕੀਤਾ ਗਿਆ ਅਤੇ 5,000 ਦਾ ਦਾਨ ਦੇਣ ਵਾਲੇ ਦੇ ਨਾਂ ਦੀ ਪੱਥਰ ਦੀ ਸਿਲ ਲਾਉਣ ਦਾ ਐਲਾਨ ਵੀ ਕੀਤਾ। ਦਾਨ ਦੇਣ ਵਾਲੇ ਵੀ ਸਾਰੀਆਂ ਗਿਣਤੀਆਂ ਮਿਣਤੀਆਂ ਜਾਣਦੇ ਸਨ। ਟੈਕਸ ਬਚਾਉਣ ਦੇ ਉਦੇਸ਼ ਨਾਲ ਇੱਕ ਵਪਾਰੀ ਨੇ 1 ਲੱਖ ਦਿੱਤਾ। ਮੰਦਰ ਵਾਲੇ 1 ਲੱਖ ਵਾਲੀ ਹੀ ਸਿਲ ਲਾਉਣੀ ਚਾਹੁੰਦੇ ਸਨ, ਪਰ ਵਪਾਰੀ ਨੇ 5,000 ਦੀਆਂ 20 ਸਿਲਾਂ ਲਾਉਣ ਲਈ ਕਿਹਾ। ਅੱਗੋਂ ਮੰਦਰ ਵਾਲੇ ਵੀ ਚਤਰ ਸਨ। ਉਹ ਪੁਰਾਣੀਆਂ ਸਿਲਾਂ ਲਾਹ ਕੇ ਨਵੀਆਂ ਲਾ ਦਿੰਦੇ ਸਨ। ਧਰਮ ਦੇ ਖੇਤਰ ਵਿਚਲੇ ਵਪਾਰ ਨੂੰ ਦਾਨ ਕਿਹਾ ਜਾਂਦਾ ਹੈ। ਜਾਣਿਆ ਨਹੀਂ ਜਾ ਸਕਦਾ ਕਿ ਕਿੰਨਾ ਕੁ ਦਾਨ ਚੰਗੀਆਂ ਭਾਵਨਾਵਾਂ ਨਾਲ ਦਿੱਤਾ ਜਾਂਦਾ ਹੈ, ਕਿੰਨਾ ਮਜਬੂਰੀ ਵਸ, ਕਿੰਨਾ ਦਿਖਾਵੇ ਲਈ ਅਤੇ ਕਿੰਨਾ ਖਹਿੜਾ ਛੁਡਾਉਣ ਲਈ। ਧੰਨਵਾਦ। ਨਿਰਦੇਸ਼ਕ। ਐਟਨਬਰੋ ਬੜਾ ਮਾਹਿਰ ਨਿਰਦੇਸ਼ਕ ਸੀ। ਉਸਨੇ ਭਾਰਤੀ ਮਿੱਤਰ ਕੋਠਾੜੀ ਨੇ ਲੂਈ ਫਿਸ਼ਰ ਰਚਿਤ ਮਹਾਤਮਾ ਗਾਂਧੀ ਦੀ ਜੀਵਨੀ ਪੜ੍ਹਨ ਲਈ ਦਿੱਤੀ। ਇਸ ਪੁਸਤਕ ਨੇ ਐਟਨਬਰੋ ਦੀ ਜ਼ਿੰਦਗੀ ਬਦਲ ਦਿੱਤੀ ਸੀ। ਇਸ ਐਟਨਬਰੋ ਨੇ ਗਾਂਧੀ 'ਤੇ ਬਣੀ ਵਿਸ਼ਵ ਪ੍ਰਸਿੱਧ ਫਿਲਮ ਦਾ ਨਿਰਦੇਸ਼ਨ ਕੀਤਾ ਸੀ। ਉਹਨੇ ਗਾਂਧੀ ਦਾ ਰੋਲ ਕਰ ਰਹੇ ਬੈਨ ਕਿੰਗਸਲੇ ਨੂੰ ਪੂਨੇ ਵਿੱਚ ਸਰ ਆਗਾ ਖਾਨ ਦੀ ਹਵੇਲੀ ਦੀਆਂ ਪੌੜੀਆਂ 'ਤੇ 50 ਵਾਰੀ ਤੋਂ ਵੱਧ ਉਦੋਂ ਤੱਕ ਚੜ੍ਹਾਇਆ ਅਤੇ ਉਤਰਵਾਇਆ
ਜਦੋਂ ਤੱਕ ਉਹਨੂੰ ਕਾਠੀਆਵਾੜੀ ਗੁਜਰਾਤੀ ਵਾਲੀ ਅਸਲੀ ਤੋਰ ਨਾ ਪ੍ਰਾਪਤ ਹੋ ਗਈ। ਉਹਨੇ ਕਿੰਗਸਲੇ ਦੀ ਖੁਰਾਕ 'ਤੇ ਵੀ ਕੰਟਰੋਲ ਕੀਤਾ ਅਤੇ ਗਾਂਧੀ ਜੀ ਵਾਲਾ ਸਰੀਰਕ ਭਾਰ ਉਪਜਾਉਣ ਦੇ ਉਪਰਾਲੇ ਕੀਤੇ। ਇਹ ਫਿਲਮ ਬਣਾਉਣ ਵਿੱਚ 18 ਸਾਲ ਲੱਗੇ। ਗਾਂਧੀ ਦੀ ਅਰਥੀ ਵਾਲਾ ਦ੍ਰਿਸ਼ ਫਿਲਮਾਉਣ ਲਈ 30,000 ਲੋਕ ਭਰਤੀ ਕੀਤੇ ਗਏ। ਐਟਨਬਰੋ ਨੇ ਇੰਗਲੈਂਡ ਤੋਂ ਭਾਰਤ ਦੇ 40 ਗੇੜੇ ਲਾਏ। ਇਸ ਫਿਲਮ ਨੂੰ ਅਮਰੀਕਾ ਦੇ ਸਭ ਤੋਂ ਵੱਡੇ 8 ਆਸਕਰ ਅਵਾਰਡ ਮਿਲੇ। ਇਹ ਫਿਲਮ ਦੁਨੀਆ ਦੇ ਸ਼ਾਹਕਾਰਾਂ ਵਿੱਚ ਗਿਣੀ ਜਾਂਦੀ ਹੈ। ਧੰਨਵਾਦ। ਅਨੁਸ਼ਾਸਨ। ਪਟਿਆਲੇ ਸ਼ਹਿਰ ਦਾ ਇੱਕ ਅਮੀਰ ਵਿਅਕਤੀ ਵਿਦੇਸ਼ ਗਿਆ ਅਤੇ ਉਹਨੇ ਉੱਥੋਂ ਦੀ ਇੱਕ ਅਧਿਆਪਕਾ ਨਾਲ ਵਿਆਹ ਕਰ ਲਿਆ। ਅਧਿਆਪਕਾ ਦੇ ਵੱਡੇ ਵਡੇਰੇ ਭਾਰਤ ਵਿੱਚ ਅੰਗਰੇਜ਼ਾਂ ਦੇ ਰਾਜ ਵੇਲੇ ਰਹੇ ਸਨ। ਉਹ ਜਦੋਂ ਭਾਰਤ ਆਈ ਤਾਂ ਇੱਥੇ ਉਹਨੇ ਪਤੀ ਦੀ ਵਿਸ਼ਾਲ ਹਵੇਲੀ ਵਿੱਚ ਬੱਚਿਆਂ ਲਈ ਸਕੂਲ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਜਿਹੜੀ ਪਤੀ ਤੇ ਸਹੁਰੇ ਨੂੰ ਪਸੰਦ ਆਈ। ਸਕੂਲ ਖੁੱਲ੍ਹਿਆ। ਪ੍ਰਿੰਸੀਪਲ ਮੇਮ ਹੋਣ ਕਰਕੇ ਚੱਲ ਗਿਆ। ਪ੍ਰਿੰਸੀਪਲ ਦੀ ਹਰ ਗੱਲ ਪ੍ਰਤੀ ਪਹੁੰਚ ਵੱਖਰੀ ਸੀ। ਇੱਕ ਦਿਨ ਇੱਕ ਛੋਟੀ ਕਲਾਸ ਦੀ ਇੱਕ ਵਿਦਿਆਰਥਣ ਨੇ ਕਿਹਾ, ਮੈਂ ਇਸ ਮੈਡਮ ਤੋਂ ਨਹੀਂ ਪੜ੍ਹਨਾ। ਸਾਰੇ ਵੇਖ ਰਹੇ ਸਨ ਕਿ ਪ੍ਰਿੰਸੀਪਲ ਇਸ ਸਮੱਸਿਆ ਨੂੰ ਕਿਵੇਂ ਹੱਲ ਕਰਦੀ ਹੈ। ਪ੍ਰਿੰਸੀਪਲ ਨੇ ਬੱਚੀ ਨੂੰ ਸੁਣ ਕੇ ਕਿਹਾ, ਵੈਰੀ ਗੁੱਡ, ਵੰਡਰਫੁਲ, ਦਿਸ ਚਾਈਲਡ ਨੋਜ਼ ਵਟ ਸ਼ੀ ਡਜ਼ ਨਾਟ ਵਾਂਟ। ਪ੍ਰਿੰਸੀਪਲ ਨੇ ਅਧਿਆਪਕਾ ਦੀ ਸਲਾਹ ਨਾਲ ਉਹਦਾ ਸੈਕਸ਼ਨ ਬਦਲ ਦਿੱਤਾ। ਪ੍ਰਿੰਸੀਪਲ ਨੇ ਬੱਚੇ ਦੇ ਵਿਹਾਰ ਨੂੰ ਹਾਂ ਪੱਖੀ ਦ੍ਰਿਸ਼ਟੀਕੋਣ ਤੋਂ ਵੇਖਿਆ। ਇੱਕ ਵਾਰੀ ਮਾਪੇ ਸਕੂਲ ਦੌਰਾਨ ਬੱਚੇ ਨੂੰ ਮਿਲਣ ਆ ਗਏ। ਪ੍ਰਿੰਸੀਪਲ ਨੇ ਆਗਿਆ ਨਹੀਂ ਦਿੱਤੀ, ਕਿਉਂਕਿ ਉਹ ਜਾਣਦੀ ਸੀ ਕਿ ਸਕੂਲ ਵਿੱਚ ਮਾਪਿਆਂ ਨੂੰ ਵੇਖ ਕੇ ਬੱਚਾ ਹੈਰਾਨ ਪਰੇਸ਼ਾਨ ਹੁੰਦਾ ਹੈ। ਅਨੁਸ਼ਾਸਨ ਦੀ ਸਿਖਲਾਈ ਜੇ ਸਕੂਲ ਵਿੱਚ ਨਾ ਦਿੱਤੀ ਜਾਵੇ ਤਾਂ ਬੱਚੇ ਜੀਵਨ ਵਿੱਚ ਕਦੇ ਅਨੁਸ਼ਾਸਨ ਨਹੀਂ ਸਿੱਖਦੇ। ਸਕੂਲ ਵਿੱਚ ਅਨੁਸ਼ਾਸਨ ਦਾ ਦਰਜਾ ਪੜ੍ਹਾਈ ਤੋਂ ਉੱਪਰ ਹੁੰਦਾ ਹੈ। ਧੰਨਵਾਦ। ਮਿਲ ਕੇ ਕੰਮ ਕਰਨਾ। ਮੀਂਹ ਉਪਰੰਤ ਇੱਕ ਵਪਾਰੀ ਦੀ ਕਾਰ ਦੇ ਪਿਛਲੇ ਦੋਵੇਂ ਪਹੀਏ ਚਿੱਕੜ 'ਚ ਫਸ ਗਏ। ਜਦੋਂ ਕਾਰ ਕੱਢਣ ਦੇ ਯਤਨ 'ਚ ਸਫਲ ਨਾ ਹੋਇਆ ਤਾਂ ਮਦਦ ਲੈਣ ਲਈ ਪਿੰਡ ਵੱਲ ਗਿਆ। ਉੱਥੇ ਇੱਕ ਬਜ਼ੁਰਗ ਬੈਠਾ ਸੀ। ਉਹਨੇ ਫਸੀ ਹੋਈ ਕਾਰ ਸੰਬੰਧੀ ਅਨੁਮਾਨ ਲਾ ਕੇ ਤਿਆਰੀ ਆਰੰਭ ਦਿੱਤੀ। ਉਹ ਆਪਣਾ ਇੱਕੋ ਇੱਕ ਬਲਦ ਲੈ ਆਇਆ ਅਤੇ ਕਾਰ ਅੱਗੇ ਬੰਨ੍ਹ ਕੇ ਬਲਦ ਨੂੰ ਹੱਲਾਸ਼ੇਰੀ ਦੇਣੀ ਆਰੰਭ ਕੀਤੀ। ਚਲੋ ਏ ਬਸੰਤਿਆ, ਚਲੋ ਏ ਮੀਣਿਆ, ਚਲੋ ਏ ਜੱਗੂ, ਚਲੋ ਏ ਦਾਰਿਆ। ਬਲਦ ਨੇ ਜ਼ੋਰ ਲਾ ਕੇ ਕਾਰ ਕੱਢ ਦਿੱਤੀ। ਵਪਾਰੀ ਨੇ ਇਨਾਮ ਦੇ ਕੇ ਧੰਨਵਾਦ ਕਰਦਿਆਂ ਪੁੱਛਿਆ, ਬਲਦ ਤਾਂ ਇਕੱਲਾ ਸੀ, ਤੁਸੀਂ ਨਾਂ ਕਈ ਲੈ ਰਹੇ ਸੀ। ਕਿਸਾਨ ਨੇ ਦੱਸਿਆ, ਬਲਦ ਦੀਆਂ ਅੱਖਾਂ 'ਤੇ ਮੈਂ ਖੋਪੇ ਬੰਨੇ ਹੋਏ ਸਨ। ਮੈਂ ਵੱਖ-ਵੱਖ ਨਾਂ ਲੈ ਕੇ ਇਸ ਬਲਦ ਨੂੰ ਪ੍ਰਭਾਵ ਦੇ ਰਿਹਾ ਸੀ ਕਿ ਤੂੰ ਇਕੱਲਾ ਨਹੀਂ, ਬਲਦਾਂ ਦੀ ਪੂਰੀ ਟੀਮ ਜ਼ੋਰ ਲਾ ਰਹੀ ਹੈ। ਇੱਕ ਆਦਮੀ ਤੂਤੀ ਹੀ ਵਜਾਉਂਦਾ ਹੈ, ਸਾਰੇ ਕੁਝ ਨਾ ਕੁਝ ਵਜਾਉਂਦੇ ਹਨ ਅਤੇ ਉਹ ਬੈਂਡ ਵਾਜਾ ਬਣ ਜਾਂਦਾ ਹੈ। ਅਸੀਂ ਰਲ ਕੇ ਬਹੁਤ ਕੁਝ ਕਰ ਸਕਦੇ ਹਾਂ। ਇਸ ਨੂੰ ਸੰਗਤ ਦਾ ਪ੍ਰਭਾਵ ਕਹਿੰਦੇ ਹਨ। ਧੰਨਵਾਦ। ਕਦਰ। ਜਿਹੜੀ ਚੀਜ਼ ਮੁਫਤ ਮਿਲੇ ਜਾਂ ਦਿੱਤੀ ਜਾਵੇ ਉਹਦੀ ਕਦਰ ਨਹੀਂ ਪੈਂਦੀ। ਮੁਫਤ ਦਵਾਈ ਕੋਈ ਨਹੀਂ ਲੈਂਦਾ। ਇਹ ਅਸਰਦਾਰ ਨਹੀਂ ਸਮਝੀ ਜਾਂਦੀ। ਸਕੂਲ ਦੇ ਬੱਚਿਆਂ ਵਾਸਤੇ ਇੱਕ ਇਸਤਰੀ ਨੇ ਐਟਲਸਾਂ ਦਿੱਤੀਆਂ ਤਾਂ ਕਿ ਬੱਚਿਆਂ ਵਿੱਚ ਭੂਗੋਲ ਸੰਬੰਧੀ ਅਤੇ ਕੁਦਰਤ ਦੇ ਆਲੇ ਦੁਆਲੇ ਸੰਬੰਧੀ ਜਾਣਕਾਰੀ ਜਾਗੇ। ਪਰ ਸਕੂਲ ਦੇ ਅਧਿਆਪਕ ਅਤੇ ਵਿਦਿਆਰਥੀ ਐਟਲਸਾਂ ਦੇ ਮਜ਼ਬੂਤ ਕਾਗਜ਼ਾਂ ਵਿੱਚ ਰੋਟੀ ਲਪੇਟਣ ਲੱਗ ਪਏ। ਕਿਸੇ ਨੇ ਕਿਹਾ, ਇਹ ਕੰਮ ਦੀ ਚੀਜ਼ ਹੈ, ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪੜ੍ਹਨ ਅਤੇ ਵਰਤਣ ਲਈ ਦਿਓ। ਹੈਡਮਾਸਟਰ ਸਾਹਿਬ ਨੇ ਕਿਹਾ, ਇਹ ਔਰਤ ਆਪਣੇ ਘਰ ਦੀ ਰੱਦੀ ਸਕੂਲ ਨੂੰ ਸੰਭਾਲ ਗਈ ਹੈ। ਇਹ ਪਛੜਿਆ ਸਕੂਲ ਸੀ ਅਤੇ ਇਹ ਪਛੜਿਆ ਸਕੂਲ ਹੀ ਰਿਹਾ। ਧੰਨਵਾਦ। ਬਰਾਬਰੀ। ਬਰਾਬਰੀ ਦਾ ਆਮ ਕਰਕੇ ਅਰਥ ਇਹ ਲਿਆ ਜਾਂਦਾ ਹੈ ਕਿ ਸਾਰੇ ਇੱਕੋ ਜਿਹੇ ਹੋਣਗੇ, ਇੱਕੋ ਜਿਹੇ ਲੱਗਣਗੇ, ਇੱਕੋ ਢੰਗ ਨਾਲ ਸੋਚਣਗੇ, ਇੱਕੋ ਜਿਹੇ ਘਰਾਂ 'ਚ ਰਹਿਣਗੇ। ਪਰ ਬਰਾਬਰੀ ਦਾ ਅਸਲੀ ਅਰਥ ਇਹ ਹੈ ਕਿ ਹਰ ਕਿਸੇ ਨੂੰ ਆਪਣਾ ਵੱਖਰੇਵਾਂ ਪ੍ਰਗਟਾਉਣ, ਸਥਾਪਿਤ ਕਰਨ ਲਈ ਬਰਾਬਰ ਅਵਸਰ ਮਿਲਣਗੇ। ਜ਼ੋਰ ਹੋਰਾਂ ਵਰਗਾ ਬਣਨ 'ਤੇ ਨਹੀਂ ਹੋਏਗਾ, ਜ਼ੋਰ ਹੋਰਾਂ ਤੋਂ ਵੱਖਰਾ, ਨਿਰਾਲਾ ਅਤੇ ਨਿਵੇਕਲਾ ਹੋਣ 'ਤੇ ਹੋਏਗਾ। ਬਾਗ ਵਿੱਚ ਕੇਵਲ ਗੇਂਦਾ ਹੀ ਨਹੀਂ ਖਿੜੇਗਾ, ਹਜ਼ਾਰਾਂ ਕਿਸਮ ਦੇ ਫੁੱਲ ਖਿੜਨਗੇ। ਸਤਿਕਾਰ ਸਭ ਦਾ ਹੋਏਗਾ, ਬੁੱਤ ਕਿਸੇ ਦਾ ਨਹੀਂ ਲੱਗੇਗਾ।
ਧੰਨਵਾਦ। ਵਿਰੋਧ। 19ਵੀਂ ਸਦੀ ਦੇ ਅੰਤਲੇ ਦਹਾਕਿਆਂ ਵਿੱਚ ਜਦੋਂ ਭਾਰਤ ਦੇ ਭਾਸ਼ਾਈ ਪੱਧਰਾਂ ਵਿੱਚ ਬਾਗੀ ਸੁਰਾਂ ਉੱਚੀਆਂ ਹੋ ਗਈਆਂ ਤਾਂ ਅੰਗਰੇਜ਼ੀ ਸਰਕਾਰ ਨੇ ਭਾਸ਼ਾਈ ਸਮਾਚਾਰ ਪੱਤਰਾਂ 'ਤੇ ਕਈ ਪ੍ਰਕਾਰ ਦੀਆਂ ਪਾਬੰਦੀਆਂ ਲਾਗੂ ਕੀਤੀਆਂ। ਕਈਆਂ 'ਤੇ ਸੈਂਸਰ ਬਿਠਾ ਦਿੱਤਾ, ਕਈਆਂ ਦੀ ਛਪਾਈ ਗਿਣਤੀ ਸੀਮਤ ਕਰ ਦਿੱਤੀ, ਪਰ ਅੰਗਰੇਜ਼ੀ ਅਖਬਾਰਾਂ ਨੂੰ ਇਹਨਾਂ ਕਾਨੂੰਨਾਂ ਦੇ ਘੇਰੇ ਤੋਂ ਬਾਹਰ ਰੱਖਿਆ, ਕਿਉਂਕਿ ਅੰਗਰੇਜ਼ੀ ਅਖਬਾਰ ਅੰਗਰੇਜ਼ਾਂ ਦੇ ਆਪਣੇ ਸਨ। ਜਦੋਂ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਤਾਂ ਕਲਕੱਤੇ ਦਾ ਬੰਗਾਲੀ ਭਾਸ਼ਾ ਦਾ ਸਭ ਤੋਂ ਵੱਧ ਹਰਮਨ ਪਿਆਰਾ ਸਮਾਚਾਰ ਪੱਤਰ ਰਾਤੋਂ ਰਾਤ ਅੰਗਰੇਜ਼ੀ ਦਾ ਸਮਾਚਾਰ ਪੱਤਰ ਬਣ ਗਿਆ। ਭਾਰਤ ਵਿੱਚ ਅੰਗਰੇਜ਼ੀ ਨੀਤੀਆਂ ਦਾ ਪ੍ਰਚਾਰ ਕਰਨ ਵਾਲਾ ਪ੍ਰਸਿੱਧ ਅਖਬਾਰ ਇੰਗਲਿਸ਼ਮੈਨ ਸੀ। ਕੁਝ ਤਾਮਿਲ ਦੋਸਤਾਂ ਨੇ ਰਲ ਕੇ ਇਹਦਾ ਵਿਰੋਧ ਕਰਨ ਲਈ ਹਿੰਦੂ ਜਾਰੀ ਕੀਤਾ। ਪੰਜਾਬ ਵਿੱਚ ਪ੍ਰਸਿੱਧ ਅੰਗਰੇਜ਼ੀ ਅਖਬਾਰ ਸਿਵਲ ਐਂਡ ਮਿਲਟਰੀ ਗਜਟ ਸੀ, ਜਿਹਦੇ ਵਿਰੋਧ ਵਿੱਚ ਦਿਆਲ ਸਿੰਘ ਮਜੀਠੀਆ ਨੇ ਟ੍ਰਿਬਿਊਨ ਜਾਰੀ ਕੀਤਾ। ਭਾਰਤ ਦੇ ਹੀ ਨਹੀਂ, ਸੰਸਾਰ ਦੇ ਵੀ ਬਹੁਤੇ ਸਮਾਚਾਰ ਪੱਤਰ ਵਿਰੋਧ ਕਰਨ ਦੀ ਭਾਵਨਾ ਅਧੀਨ ਜਾਰੀ ਹੋਏ ਹਨ। ਧੰਨਵਾਦ। ਯੂਰਪ ਦਾ ਇਨਸਾਫ। ਯੂਰਪ ਵਿੱਚ ਇਨਸਾਫ ਕਿਵੇਂ ਹੁੰਦਾ ਹੈ? ਤਾਰਾ ਵਿਗਿਆਨ ਦੇ ਉਦੇਸ਼ ਲਈ ਇੱਕ ਕਿਲੇ ਦੇ ਮੀਨਾਰ 'ਤੇ ਨਿਰੀਖਣਸ਼ਾਲਾ ਬਣਾਈ ਜਾਣੀ ਸੀ। ਨੇੜਲੀ ਉੱਚੀ ਪਹਾੜੀ 'ਤੇ ਇੱਕ ਮਕਾਨ ਸੀ। ਸਰਕਾਰ ਨੇ ਉਹਦੀ ਇੱਕ ਮੰਜ਼ਿਲ ਢਾਉਣ ਲਈ ਕਿਹਾ ਤੇ ਮੁਆਵਜ਼ਾ ਦਿੱਤਾ। ਮੰਜ਼ਿਲ ਢਾਉਣ ਦੀ ਬਜਾਏ ਮਾਲਕ ਨੇ ਮਕਾਨ ਹੀ ਵੇਚ ਦਿੱਤਾ। ਜਿਸ ਨੇ ਖਰੀਦਿਆ ਉਹਨੂੰ ਸਰਕਾਰ ਨੇ ਮੰਜ਼ਿਲ ਢਾਉਣ ਦਾ ਮੁੜ ਹੁਕਮ ਦਿੱਤਾ। ਉਹਨੇ ਮੰਜ਼ਿਲ ਢਾਹ ਦਿੱਤੀ, ਪਰ ਉਹਨੂੰ ਲੱਗਾ ਕਿ ਪੁਰਾਣੇ ਮਕਾਨ ਨੂੰ ਵੀ ਮੰਜ਼ਿਲ ਢਾਉਣ ਲਈ ਕਿਹਾ ਗਿਆ ਸੀ, ਪਰ ਉਹਨੇ ਮਕਾਨ ਹੀ ਵੇਚ ਦਿੱਤਾ ਸੀ, ਕਿਉਂਕਿ ਮੰਜ਼ਿਲ ਢਾਉਣ ਨਾਲ ਮਕਾਨ ਦੀ ਕੀਮਤ ਘਟਣੀ ਸੀ। ਖਰੀਦਣ ਵਾਲਾ ਅਦਾਲਤ ਗਿਆ। ਅਦਾਲਤ ਨੇ ਪਹਿਲੇ ਮਾਲਕ ਨੂੰ ਬੁਲਾਇਆ ਤੇ ਉਸਨੂੰ ਨਵੇਂ ਮਾਲਕ ਨੂੰ ਹੋਈ ਹਾਨੀ ਦੀ ਭਰਪਾਈ ਕਰਨ ਲਈ ਕਿਹਾ। ਧੰਨਵਾਦ। ਵਿਤਕਰਾ। ਵਿਤਕਰਾ ਕਿਵੇਂ ਕੀਤਾ ਜਾਂਦਾ ਹੈ? ਵਿਤਕਰਾ ਕਰਨ ਦੇ ਅਨੇਕਾਂ ਢੰਗ ਹਨ। IAS ਦੀ ਥਾਂ ਅੰਗਰੇਜ਼ਾਂ ਦੇ ਜ਼ਮਾਨੇ 'ਚ ICS ਦੀ ਪ੍ਰੀਖਿਆ ਹੁੰਦੀ ਸੀ, ਜਿਸ ਵਿੱਚ ਭਾਰਤੀ ਵੀ ਬਹਿ ਸਕਦੇ ਸਨ। ਇੰਗਲੈਂਡ ਦੇ ਭਾਰਤ ਲਈ ਮੰਤਰੀ ਨੇ ਭਾਰਤੀਆਂ ਨੂੰ ਰੋਕਣ ਲਈ ਇੱਕ ਪਰਚਾ ਲਾਤੀਨੀ ਭਾਸ਼ਾ ਦਾ ਰੱਖ ਦਿੱਤਾ। ਇਸ ਪਰਚੇ ਦੀ ਪੜ੍ਹਾਈ ਇੰਗਲੈਂਡ ਦੀ ਕੈਂਬਰਿਜ ਯੂਨੀਵਰਸਿਟੀ ਵਿੱਚ ਦਾਖਲ ਹੋ ਕੇ ਕਰਨੀ ਪੈਂਦੀ ਸੀ। ਅੰਗਰੇਜ਼ ਤਾਂ ਉੱਥੇ ਹੀ ਦਾਖਲ ਹੋ ਜਾਂਦੇ ਸਨ, ਪਰ ਭਾਰਤੀਆਂ ਨੂੰ ਇੱਥੋਂ ਜਾ ਕੇ ਉੱਥੇ ਪੜ੍ਹਾਈ ਕਰਨੀ ਪੈਂਦੀ ਸੀ, ਜਿਹੜੀ ਭਾਵੇਂ ਅਸੰਭਵ ਨਹੀਂ ਸੀ ਪਰ ਮੁਸ਼ਕਿਲ ਸੀ। ਅਤੇ ਭਾਰਤੀਆਂ ਦਾ ਸਾਰਾ ਜ਼ੋਰ ਇਸ ਫਾਲਤੂ, ਵਾਧੂ ਤੇ ਫਜ਼ੂਲ ਪਰਚੇ ਦੀ ਤਿਆਰੀ 'ਤੇ ਲੱਗਣ ਕਾਰਨ ਉਹਨਾਂ ਦੀ ਬਾਕੀ ਕਾਰਗੁਜ਼ਾਰੀ ਵੀ ਪ੍ਰਭਾਵਿਤ ਹੁੰਦੀ ਸੀ ਅਤੇ ਕੋਈ ਟਾਵਾਂ ਭਾਰਤੀ ਹੀ ਚੁਣਿਆ ਜਾਂਦਾ ਸੀ। ਇਵੇਂ ਹੀ ਅਮਰੀਕਾ ਵਿੱਚ ਏਸ਼ੀਅਨ ਪ੍ਰਵਾਸੀ ਆਪਣੇ ਬੱਚਿਆਂ ਨੂੰ ਡਾਕਟਰ ਬਣਾਉਣਾ ਚਾਹੁੰਦੇ ਸਨ। ਉੱਥੇ ਕਾਨੂੰਨ ਸੀ ਕਿ ਇੱਕ ਅਮਰੀਕਨ ਪਿੱਛੇ ਇੱਕ ਏਸ਼ੀਅਨ ਨੂੰ ਡਾਕਟਰੀ 'ਚ ਦਾਖਲ ਮਿਲੇਗਾ। ਅਮਰੀਕੀ ਦਾਖਲ ਹੀ ਨਹੀਂ ਸੀ ਹੁੰਦੇ, ਜਿਸ ਕਰਕੇ ਏਸ਼ੀਅਨ ਵੀ ਦਾਖਲ ਹੋਣੋਂ ਰਹਿ ਜਾਂਦੇ ਸਨ। ਕੈਨੇਡਾ ਸਰਕਾਰ ਨੇ ਕਾਨੂੰਨ ਬਣਾਇਆ ਕਿ ਉਹਨਾਂ ਭਾਰਤੀਆਂ ਨੂੰ ਕੈਨੇਡਾ ਅੰਦਰ ਵੜਨ ਦੀ ਆਗਿਆ ਹੋਏਗੀ ਜਿਹੜੇ ਅਜਿਹੇ ਜਹਾਜ਼ ਰਾਹੀਂ ਆਉਣਗੇ ਜਿਹੜਾ ਰਸਤੇ ਵਿੱਚ ਬਦਲਿਆ ਨਾ ਗਿਆ ਹੋਵੇ। ਪਰ ਉਸ ਵੇਲੇ ਕੋਈ ਸਿੱਧਾ ਜਹਾਜ਼ ਜਾਂਦਾ ਹੀ ਨਹੀਂ ਸੀ। ਪੰਜਾਬੀਆਂ ਨੇ ਇੱਕ ਜਾਪਾਨੀ ਜਹਾਜ਼ ਕਾਮਾਗਾਟਾ ਮਾਰੂ ਕਿਰਾਏ 'ਤੇ ਲਿਆ, ਜਿਸ ਰਾਹੀਂ ਉਹ ਕੈਨੇਡਾ ਸਰਕਾਰ ਦੀ ਸ਼ਰਤ ਪੂਰੀ ਕਰਕੇ ਕੈਨੇਡਾ ਪਹੁੰਚੇ। ਪਰ ਕੈਨੇਡਾ ਸਰਕਾਰ ਨੇ ਨਵੀਆਂ ਢੁੱਚਰਾਂ ਲਾਈਆਂ ਤੇ ਉਹਨਾਂ ਨੂੰ ਉਤਰਨ ਹੀ ਨਾ ਦਿੱਤਾ ਤੇ ਪੰਜਾਬੀ 1 ਮਹੀਨਾ ਉਸ ਜਹਾਜ਼ ਵਿੱਚ ਹੀ ਰੱਖੇ ਗਏ ਤੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ। ਡਾਢੇ ਵਿਤਕਰਾ ਕਰਦੇ ਸਨ। ਧੰਨਵਾਦ।